ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ। ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸੇਵਾ ਬਿਨ ਭਗਤ ਨ ਹੋਈ ਅਨੇਕ ਜਤਨ ਕਰੈ ਜੇ ਕੋਈ। ਹਉ ਮੈਂ ਮੇਰਾ ਸ਼ਬਦੇ ਖੋਈ ਨਿਰਮਲ ਨਾਮ ਵਸੈ ਮਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਜਬਰ ਸ਼ਤਰ ਤਖਤ ਕੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ। ਆਪ ਜੀ ਸਰਬੱਤ ਗੁਰਸਿੱਖ ਸੰਗਤਾਂ ਵਡਭਾਗੀ ਹੋ। ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਪਾਵਨ ਗੁਰਬਾਣੀ ਦੇ ਨਿਤਨੇਮ ਸੰਗਤੀ ਰੂਪ ਵਿੱਚ ਆਪ ਜੀ ਨੇ ਸਰਵਣ ਕੀਤੇ ਨੇ। ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸਹਿ। ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਪਾਸ ਸਾਹਿਬ ਜੀ ਸਜ ਬੈਠੇ ਹੋਏ। ਆਓ ਮਨ ਬ੍ਰਿਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਲਈ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਨਾਲ ਜਪਣਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਗੁਰ ਸੇਵਾ ਬਿਨ ਭਗਤ ਨ ਹੋਈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦਾ ਪਾਵਨ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਪ੍ਰਭਾਤੀ ਅੰਦਰ ਸੁਸ਼ੋਭਿਤ ਹੈ, ਅਸ਼ਟਪਦੀਆਂ ਦੇ ਰੂਪ ਦੇ ਅੰਦਰ। ਇਸ ਪ੍ਰਕਰਨ ਅੰਦਰ ਮਹਾਰਾਜ ਗੁਰੂ ਦੀ ਸੇਵਾ ਦੀ ਮਹਿਮਾ ਕਰਦੇ ਹਨ। ਸੇਵਾ ਸਿੱਖ ਦਾ ਭਾਉ, ਸਿੱਖ ਦਾ ਪ੍ਰੇਮ ਹੈ। ਗੁਰੂ ਦੇ ਚਰਨਾਂ ਵਿੱਚੋਂ ਬਖਸ਼ਿਸ਼ਾਂ ਲੈਣ ਵਾਸਤੇ, ਸਤਿਗੁਰਾਂ ਦੀ ਪ੍ਰਸੰਨਤਾ ਲਈ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਗੁਰੂ ਦੀ ਸੇਵਾ ਕਰਦੇ ਹਨ। ਜੇ ਕੋਈ ਕਹੇ ਕਿ ਸੇਵਾ ਕਮਜ਼ੋਰ ਦੀ ਕੀਤੀ ਜਾਂਦੀ ਹੈ, ਲੋੜਵੰਦ ਦੀ ਕੀਤੀ ਜਾਂਦੀ ਹੈ, ਇਹ ਗੱਲ ਸੁਭਾਵਿਕ ਹੀ ਹੈ ਵੀ ਜਿਹੜਾ ਲੋੜਵੰਦ ਹੈ ਸੇਵਾ ਉਸੇ ਦੀ ਹੁੰਦੀ ਹੈ। ਗੁਰੂ ਲੋੜਵੰਦ ਨਹੀਂ, ਗੁਰੂ ਕਮਜ਼ੋਰ ਵੀ ਨਹੀਂ। ਗੁਰੂ ਨੂੰ ਕੀ ਜ਼ਰੂਰਤ ਪੈ ਗਈ ਸੇਵਾ ਦੀ? ਅਸਲ ਅੰਦਰ ਗੁਰੂ ਨੂੰ ਸੇਵਾ ਦੀ ਲੋੜ ਨਹੀਂ, ਜ਼ਰੂਰਤ ਨਹੀਂ, ਪਰ ਸਿੱਖ ਆਪਣੇ ਹਿਰਦੇ ਅੰਦਰ ਭਾਵ ਪ੍ਰੇਮ ਧਾਰਨ ਕਰਕੇ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੇ ਕੋਲੋਂ ਬਖਸ਼ਿਸ਼ਾਂ ਲੈਣ ਵਾਸਤੇ। ਸੇਵਾ ਗੁਰੂ ਦਾ ਪ੍ਰੇਮ ਹੈ, ਸੇਵਾ ਗੁਰੂ ਦਾ ਅਦਬ ਹੈ, ਸੇਵਾ ਸਿੱਖ ਦਾ ਚਾਉ ਹੈ। ਭਾਵਨਾ ਦੇ ਨਾਲ ਗੁਰਸਿੱਖ ਮਹਾਰਾਜ ਜੀ ਦੀ ਸੇਵਾ ਕਰਦਾ ਹੈ। ਧਰਮ ਗ੍ਰੰਥਾਂ ਵਿੱਚ ਇਹ ਬਚਨ ਲਿਖਿਆ ਹੈ, ਵਿਦਿਆ ਜਾਂ ਕੋਈ ਵੀ ਗੁਣ ਪ੍ਰਾਪਤ ਕਰਨ ਦੇ 3 ਸਾਧਨ ਹੁੰਦੇ ਨੇ। ਪਹਿਲਾ ਸਾਧਨ ਹੈ ਸੇਵਾ। ਮੇਰੇ ਕੋਲ ਦੇਣ ਲਈ ਕੁਝ ਵੀ ਨਹੀਂ, ਪਰ ਮੈਂ ਪ੍ਰਾਪਤ ਬਹੁਤ ਕੁਝ ਕਰਨਾ। ਜੋ ਪ੍ਰਾਪਤ ਕਰਨਾ ਉਹਦੀ ਪ੍ਰਾਪਤੀ ਲਈ ਮੇਰੇ ਕੋਲ ਕੋਈ ਵੀ ਏਦਾਂ ਦੀ ਵਸਤੂ ਨਹੀਂ ਕਿ ਮੈਂ ਉਹਦੀ ਕੀਮਤ ਚੁਕਾ ਸਕਾਂ। ਉੱਥੇ ਸੇਵਾ ਹੁੰਦੀ ਹੈ। ਦੂਸਰਾ ਜਿਹੜਾ ਸਾਧਨ ਹੈ ਉਹ ਸਾਧਨ ਹੈ ਜੀ ਕੀਮਤ ਦੇ ਕੇ। ਕੀਮਤ ਦੇ ਦਿੱਤੀ, ਪੈਸਾ ਦੇ ਦਿੱਤਾ, ਧਨ ਦੇ ਦਿੱਤਾ ਤੇ ਕੁਝ ਲੈ ਲਿਆ। ਦੁਨੀਆ ਵਿੱਚ ਹੋ ਸਕਦਾ ਕੋਈ ਦਾਤ, ਕੋਈ ਵਿਦਿਆ, ਕੋਈ ਪਦਾਰਥ ਮਾਇਆ ਦੇ ਕੇ ਮਿਲ ਜਾਂਦੇ ਹੋਣਗੇ। ਜੈਸੇ ਸੰਗੀਤਕਾਰ ਸੰਗੀਤ ਦੀ ਵਿਦਿਆ ਪੈਸਾ ਲੈ ਕੇ ਲੋਕਾਂ ਨੂੰ ਸਿਖਾ ਦਿੰਦੇ ਨੇ। ਹੋਰ ਕਈ ਪ੍ਰਕਾਰ ਦੀ ਵਿਦਿਆ ਹੈ ਜਿਹੜੀ ਜਗਤ ਅੰਦਰ ਪੈਸਾ ਦੇ ਕੇ ਸਿੱਖ ਲਈ ਜਾਂਦੀ ਹੈ, ਪਰ ਜਦੋਂ ਗੱਲ ਗੁਰੂ ਦੀ ਰਹਿਮਤ ਦੀ, ਬਖਸ਼ਿਸ਼ ਦੀ, ਪ੍ਰਸੰਨਤਾ ਦੀ ਕਰੀਏ, ਇੱਥੇ ਕੀਮਤ ਦੇ ਕੇ ਰਹਿਮਤ ਨਹੀਂ ਮਿਲਦੀ ਕਿਸੇ ਨੂੰ। ਜੇ ਕੋਈ ਇਹ ਦਾਅਵਾ ਕਰੇ ਕਿ ਮੈਂ ਬੜੀ ਮਾਇਆ ਲੈ ਕੇ ਆਇਆ, ਗੁਰੂ ਮੇਰਾ ਮਾਇਆ ਵੇਖ ਕੇ ਖੁਸ਼ ਹੋ ਜਾਏਗਾ,
ऐसा कदाचित नहीं होया। किसी सिख की माया वेख के महाराज खुश होए होवन कि तुम बड़ा बड़ा गुर सिख है, क्योंकि तू माया बड़ी ज्यादा लैके आया। गुरबाणी ने तो फैसला कर ही दिता, कंचन स्यों पाइए नहीं तोल, मन दे राम लिया है मोल। कंचन सोना चांदी पैसा ये कुछ दे के रब दा नाम किसी नूं मुल नहीं प्राप्त होंदा। अपना मन भेड़ करके गुरु की रहमत मिलती। कीमत दे के भी बख्शिश नहीं मिलती। सब कुछ खरीदया जा सकता है, पर कीमत दे के गुरु के चरणों विचों नाम की बख्शिश की दात नहीं ली जा सकती। तीसरा जिहड़ा तरीका, तीसरी जिहड़ी विधि है, मैनू कुछ आउंदा है, मैं गुण लैण लई दूजे नूं कुछ सिखा दिता ते दूजे कोलों कुछ सिख लिया। एक गुण मैनू आउंदा है, एक दूजे नूं आउंदा है। एक गुण मैं सिख लिया ते एक दूजे नूं सिखा दिता। कुछ प्राप्त करने की यह विधि है। पुराने समय विच जदों लोग कोई चीज खरीदते सन, वो किसी वस्तु के बदले वस्तु दे देंदे सन। पुराने बजुर्ग दसदे ने भी वड्डियां दी थां ते जे कणक लैनी तो चावल दे देने, चावल लैने तो कणक दे देनी, किते बाजरा दे देना। वस्तु के बदले वस्तु दे देती। एक मैनू चाहिए, एक दूजे नूं चाहिए। गुण दे बदले गुण दे के गुण ले लेना, वटांदरा कर लेना। पर जदों सिख गुरु कोल आवे, आखे मैं भगती करनी है ते भगती दे बदले कुछ ले लो, ते सच ये वे कि मेरे कोल इहो जिहा कुछ है ही नहीं जो मैं गुरु नूं सिखा सकां। गुरु दे उपदेश दे बदले मैं कुछ भी गुरु नूं सिखाण जोगा नहीं। गुरु के नाम के बदले मेरे पास ऐसा कुछ भी नहीं कि मैं गुरु नूं दे सका। गुण लैके गुरु के पासों मेरे कोल ऐसा कुछ भी नहीं कि मैं गुरु नूं बदले च कुछ दे सका, क्योंकि गुण के बदले गुण सिखिया जाता है। सिखा दिता तो सिख लिया। मैं हृदय विच झाती मार के वेखा, मेरे पास अजिहा कुछ भी नहीं जो कुछ मैं गुरु नूं सिखा सका। मैं तो आप गुरु पासों सिखण वास्ते आया, ते मेरी की औकात है, मेरी की समझ है कि मैं गुरु नूं बदले विच कुछ सिखा दियां, क्योंकि गुरु नूं तां कुछ सिखण दी लोड़ नहीं, क्योंकि गुरु आप पार ब्रह्म परमेश्वर है। उस गुरु ने तो मेरी घाट घड़ दी है। उन्हें मैनू बना दिता है, मैनू सजा दिता है। रमैया के गुण चेत प्राणी, कवन मूल ते कवन दृष्टानी। जिन तो साज सवार सिगारिया, गर्भ अगन मैं जिन्ह उबारिया। उन्हें नियम बख्शिशां मैनू दित्तियां, मैं उन्हें की सिखावांगा, की समझावांगा। ताई कहा जाता है, कौन साहिब नूं आके इंज नहीं तां इंज कर। केड़ा मालिक नूं जाके आके इंज नहीं इदां करना। कौन उन्होंने सिक्ख्या दे? सिखना तो है, पर मैं सिखा नहीं सकता गुरु, क्योंकि मेरे पास कुछ ऐसा है ही नहीं जो मैं गुरु नूं सिखा सका।
ਤੇ ਗੁਰਮੁਖ ਪਿਆਰਿਓ, ਗੁਰੂ ਨੂੰ ਵੀ ਸਾਡੇ ਕੋਲੋਂ ਕੁਝ ਸਿੱਖਣ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੁਝ ਸਿੱਖਣ ਦੀ ਲੋੜ ਨਹੀਂ ਪਈ। ਪਾਂਧੇ ਕੋਲ ਗਏ, ਮਲਾਣੇ ਕੋਲ ਗਏ, ਸਿਖਾ ਕੇ ਹੀ ਆਏ ਨੇ, ਸਿੱਖ ਕੇ ਨਹੀਂ ਆਏ। ਉਹਨਾਂ ਨੇ ਮਹਿਤਾ ਕਲਿਆਣ ਦਾਸ ਜੀ ਨੂੰ ਕਿਹਾ, ਪਟਵਾਰੀ ਜੀ ਅਸਾਂ ਨਹੀਂ ਕੁਝ ਇਹਨੂੰ ਸਿਖਾ ਸਕਦੇ, ਬਸ ਇੰਨਾ ਕਹਿ ਵੀ ਕੁਝ ਸਿੱਖ ਜ਼ਰੂਰ ਲਿਓ, ਕਿਉਂਕਿ ਇਹ ਪਹਿਲਾਂ ਹੀ ਸਿੱਖਿਆ ਸਿਖਾਇਆ, ਇਹਦੇ ਕੋਲ ਪਹਿਲਾਂ ਹੀ ਬਹੁਤ ਕੁਝ ਹੈ, ਇਹ ਪਹਿਲਾਂ ਹੀ ਪੜ੍ਹਿਆ ਪੜ੍ਹਾਇਆ, ਇਹਨੂੰ ਕੁਝ ਪੜ੍ਹਾਉਣ ਦੀ ਲੋੜ ਨਹੀਂ, ਬਸ ਪੜ੍ਹ ਲਿਓ ਕੁਝ ਇਹਦੇ ਕੋਲ, ਕੁਝ ਸਿੱਖ ਲਿਓ। ਇਹ ਤਿੰਨ ਤਰ੍ਹਾਂ ਦੀ ਵਿਧੀ ਹੈ ਕੁਝ ਲੈਣ ਦੀ। ਇੱਕ ਸੇਵਾ ਕਰਕੇ, ਇੱਕ ਕੀਮਤ ਦੇ ਕੇ, ਇੱਕ ਕਿਸੇ ਵਸਤੂ ਦੇ ਬਦਲੇ ਕੋਈ ਵਸਤੂ ਲੈ ਲੈਣੀ, ਕੁਝ ਸਿਖਾ ਦੇਣਾ, ਕੁਝ ਸਿੱਖ ਲੈਣਾ। ਹੁਣ ਦੋ ਤਰ੍ਹਾਂ ਦੀ ਵਿਧੀ, ਕੀਮਤ ਦੇਣੀ, ਕੁਝ ਸਿੱਖਣ ਲਈ ਕੁਝ ਸਿਖਾ ਦੇਣਾ। ਗੁਰੂ ਦੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਪ੍ਰਵਾਨ ਨਹੀਂ ਹੁੰਦੀਆਂ। ਕੀਮਤ ਦੇ ਕੇ ਨਹੀਂ ਕੁਝ ਮਿਲਦਾ ਤੇ ਗੁਰੂ ਨੂੰ ਅਸੀਂ ਕੁਝ ਸਿਖਾ ਨਹੀਂ ਸਕਦੇ। ਫਿਰ ਤੀਸਰੀ ਵਿਧੀ ਰਹਿ ਜਾਂਦੀ ਹੈ ਸੇਵਾ। ਸੇਵਾ ਕਰਕੇ ਕੁਝ ਪ੍ਰਾਪਤ ਕਰਨਾ, ਇਹ ਗੁਰੂ ਘਰ ਦਾ ਵਿਧਾਨ ਹੈ। ਜੋ ਨਹੀਂ ਮਿਲਦਾ ਉਹ ਸੇਵਾ ਕਰਕੇ ਮਿਲ ਜਾਂਦਾ। ਜਿਸ ਦੀ ਪ੍ਰਾਪਤੀ ਵਾਸਤੇ ਮਨੁੱਖ ਲੱਖਾਂ ਪ੍ਰਕਾਰ ਦੇ ਸਾਧਨ ਯਤਨ ਕਰਦਾ ਹੈ, ਉਹ ਸੇਵਾ ਵਿੱਚੋਂ ਹੀ ਪੈਦਾ ਹੋ ਜਾਂਦਾ। ਨਾਨਕ ਪਾਰ ਬ੍ਰਹਮ ਪੁਰਖ ਦਾਤਾਰ ਹੈ, ਗੁਰ ਸੇਵਾ ਕਿੰ ਨਾ ਲੱਭਿਆ ਤੇ। ਸਹਿਸਕ੍ਰਿਤੀ ਸ਼ਲੋਕ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਲਿਖਦੇ ਨੇ ਕਿ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਲੱਭਦਾ। ਉਹ ਵੀ ਦਾਤਾਂ ਮਿਲ ਜਾਂਦੀਆਂ ਨੇ ਗੁਰੂ ਦੀ ਸੇਵਾ ਵਿੱਚੋਂ, ਜਿਹੜੀ ਦਾਤ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਨਹੀਂ ਮਿਲਦੀ। ਬਾਬਾ ਆਦਮ ਜੀ 60 ਸਾਲ ਦੀ ਉਮਰ ਹੋ ਗਈ, ਸੰਤਾਨ ਨਹੀਂ ਸੀ, ਬੜੇ ਯਤਨ ਕੀਤੇ, ਪੀਰ ਫਕੀਰ ਮਨਾਏ, ਕੁਝ ਨਹੀਂ ਮਿਲਿਆ। ਕਿਸੇ ਸਿੱਖ ਨੇ ਆਖਿਆ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿੱਚ ਜਾਓ, ਸੇਵਾ ਕਰੋ ਮਹਾਰਾਜ ਜੀ ਦੀ। ਸੇਵਾ ਕਰਨ ਲੱਗ ਪਏ। ਇੱਕ ਦਿਨ ਮਹਾਰਾਜ ਪ੍ਰਸੰਨ ਹੋ ਕੇ ਬੁਲਾ ਕੇ ਕਹਿੰਦੇ, ਬਾਬਾ ਆਦਮ ਜੀ ਜਿਸ ਭਾਵਨਾ ਨੂੰ ਮੁੱਖ ਰੱਖਦਿਆਂ ਸੇਵਾ ਕਰ ਰਹੇ ਹੋ ਮੰਗ ਲਓ। ਤੇ ਥੋੜਾ ਜਿਹਾ ਝਿਜਕ ਗਏ ਵੀ 60 ਸਾਲ ਦੀ ਉਮਰ ਤੇ ਨਾਲੇ ਸੁੱਕੇ ਦਰਖਤ ਨੂੰ ਫਲ ਥੋੜਾ ਲੱਗਦਾ, ਤੇ ਜੇ ਮੈਂ ਕਹਿ ਵੀ ਦਿਆਂਗਾ ਵੀ ਪੁੱਤਰ ਚਾਹੀਦਾ, ਲੋਕ ਹੱਸਣਗੇ ਵੀ ਬਜ਼ੁਰਗੀ ਦੀ ਅਵਸਥਾ ਹੈ, ਹੁਣ ਅੱਗੇ ਦੀ ਤਿਆਰੀ ਕਰਨੀ ਚਾਹੀਦੀ ਹੈ, ਪੁੱਤਰ ਮੰਗਦਾ ਹੈ। ਨਹੀਂ ਮਹਾਰਾਜ, ਬਸ ਆਪਣੇ ਦਰਸ਼ਨ ਹੀ ਦਿਓ ਮੈਨੂੰ। ਗੁਰੂ ਰਾਮਦਾਸ ਮਹਾਰਾਜ ਵੇਖੋ, ਜਦੋਂ ਸੇਵਾ ਤੇ ਗੁਰੂ ਪ੍ਰਸੰਨ ਹੁੰਦਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਮੰਗਣ ਆਇਆ ਸੀ ਭਾਈ ਉਹ ਮੰਗ ਲੈ। ਨਹੀਂ ਪਾਤਸ਼ਾਹ ਮੈਨੂੰ ਦਰਸ਼ਨ ਹੀ ਦਿਓ। ਕਹਿੰਦੇ ਜੀ ਘਰ ਜਾ, ਕੱਲ ਨੂੰ ਆ ਜਾਈਂ, ਫਿਰ ਸੋਚ ਕੇ ਆਵੀਂ ਨਾਲੇ, ਕੱਲ ਨੂੰ ਮੰਗ ਲੈ। ਜਦੋਂ ਗੁਰੂ ਸਾਹਿਬ ਦੇਣ ਤੇ ਆਵਣ, ਉਦੋਂ ਸਿੱਖ ਦੀ ਝੋਲੀ ਭਰ ਦਿੰਦੇ ਨੇ। ਬਸ ਸਿੱਖ ਅਧਿਕਾਰੀ ਹੋਣਾ ਚਾਹੀਦਾ ਲੈਣ ਦੇ। ਗੁਰਮੁਖ ਪਿਆਰਿਓ, ਜਦੋਂ ਘਰ ਗਏ ਤੇ ਘਰ ਵਾਲੀ ਨੂੰ ਸਾਰੀ ਵਿਥਿਆ ਦੱਸੀ। ਮਾਤਾ ਨੇ ਵੀ ਮਨ ਵਿੱਚ ਰੋਸ ਕੀਤਾ ਵੀ ਇਸੇ ਸਮੇਂ ਨੂੰ ਤਾਂ ਤਰਸਦੇ ਸਾਂ, ਤੇ ਜਦੋਂ ਅੱਜ ਸਮਾਂ ਆਇਆ ਤੇ ਅੱਜ ਅਸੀਂ ਮਨ ਦੇ ਵਿੱਚ ਉਸ ਦਾਤ ਨੂੰ ਪ੍ਰਾਪਤ ਨਹੀਂ ਕਰ ਸਕੇ, ਆਪਣੇ ਮਨ ਦੀ ਵਿਥਿਆ ਨੂੰ ਪ੍ਰਗਟ ਨਹੀਂ ਕਰ ਸਕੇ। ਤੇ ਬਾਬਾ ਆਦਮ ਜੀ ਕਹਿੰਦੇ ਚਿੰਤਾ ਨਾ ਕਰ, ਕੱਲ ਵੀ ਮਹਾਰਾਜ ਨੇ ਸੱਦਿਆ ਹੈ। ਅਗਲੇ ਦਿਨ ਜੋੜਾ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਸਤਿਗੁਰੂ ਕਹਿੰਦੇ ਬਾਬਾ ਆਦਮ ਜੀ ਕੁਝ ਮੰਗੋ।
ਕਹਿੰਦੇ ਮਹਾਰਾਜ ਪੁੱਤਰ ਦੀ ਦਾਤ ਚਾਹੀਦੀ ਹੈ। ਸਤਿਗੁਰਾਂ ਨੇ ਨੇਤਰ ਬੰਦ ਕੀਤੇ ਤੇ ਕੁਝ ਸਮੇਂ ਬਾਅਦ ਨੇਤਰ ਖੋਲ ਕੇ ਕਹਿਣ ਲੱਗੇ ਵੀ ਤੁਹਾਡੇ ਭਾਗਾਂ ਵਿੱਚ ਪੁੱਤਰ ਕੋਈ ਨਹੀਂ। ਪਰ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੇਵਾ ਕੀਤੀ ਹੈ ਉਹ ਖਾਲੀ ਨਹੀਂ ਜਾਂਦਾ ਹੈ। ਤੁਸੀਂ ਸੇਵਾ ਕੀਤੀ, ਤੁਸੀਂ ਖਾਲੀ ਨਹੀਂ ਜਾਵੋਗੇ। ਅਸੀਂ ਆਪਣੀ ਆਤਮਿਕ ਸ਼ਕਤੀ ਦੇ ਅੰਦਰੋਂ ਇੱਕ ਪੁੱਤਰ ਦੀ ਦਾਤ ਤੁਹਾਨੂੰ ਬਖਸ਼ਾਂਗੇ। ਉਹਨਾਂ ਦਾ ਨਾਮ ਭਾਈ ਭਗਤੂ ਰੱਖਣਾ। ਉਹ ਭਗਤੀ ਦਾ ਘਰ ਹੋਵਣਗੇ, ਬੰਦਗੀ ਵਾਲੇ ਹੋਵਣਗੇ। ਸਤਿਗੁਰਾਂ ਨੇ ਇਹ ਵਰ ਦਿੱਤਾ ਗੁਰੂ ਰਾਮਦਾਸ ਮਹਾਰਾਜ ਨੇ। ਬਾਬਾ ਆਦਮ ਜੀ ਦੇ ਘਰ ਦੇ ਵਿੱਚ ਸਪੁੱਤਰ ਨੇ ਜਨਮ ਲਿਆ, ਨਾਮ ਭਾਈ ਭਗਤੂ ਰੱਖਿਆ ਗਿਆ। ਬੜੀ ਭਗਤੀ ਤੇ ਬੰਦਗੀ ਵਾਲੀ ਰੂਹ ਸੀ ਭਾਈ ਭਗਤੂ ਜੀ। ਬਚਪਨ ਵਿੱਚ ਹੀ ਭਗਤੀ ਦਾ ਸਾਗਰ ਸਨ ਭਾਈ ਭਗਤੂ। ਅੱਗੋਂ ਉਹਨਾਂ ਦੀ ਸੰਤਾਨ ਬਾਬਾ ਜੀਵਨ ਜੀ, ਬਾਬਾ ਗੌਰਾ ਜੀ, ਉਹ ਵੀ ਭਗਤੀ ਭਾਵ ਵਾਲੇ ਸਨ, ਜਿਨ੍ਹਾਂ ਨੇ 6ਵੇਂ ਪਾਤਸ਼ਾਹ ਫਿਰ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਘਰ ਦੀ ਬੜੀ ਸੇਵਾ ਕੀਤੀ। ਸੋ ਕਹਿਣ ਤੋਂ ਮੁਰਾਦ ਹੈ ਨਾਨਕ ਪਾਰ ਬ੍ਰਹਮ ਪੁਰਖ ਦਾਤਾਰ ਹੈ, ਗੁਰ ਸੇਵਾ ਕਿੰਗ ਨਾ ਲੱਭਿਆ ਤੇ। ਸਤਿਗੁਰੂ ਕਹਿੰਦੇ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਲੱਭਦਾ, ਸਭ ਕੁਝ ਮਿਲ ਜਾਂਦਾ ਹੈ। ਬਸ ਸ਼ਰਤ ਹੈ ਵੀ ਸੇਵਾ ਭਾਵ ਤੇ ਪ੍ਰੇਮ ਨਾਲ ਕੀਤੀ ਹੋਵੇ। ਤੇ ਦਾਸ ਪਹਿਲਾਂ ਹੀ ਅਰਜ਼ ਕਰ ਚੁੱਕਾ ਵੀ ਸੇਵਾ ਕੀ ਹੈ। ਸੇਵਾ ਸਿੱਖ ਦਾ ਪ੍ਰੇਮ ਹੈ। ਪ੍ਰੇਮ ਦੇ ਵਿੱਚ ਭਿੱਜਿਆ ਹੋਇਆ, ਬੈਰਾਗ ਦੇ ਵਿੱਚ ਭਿੱਜਿਆ ਹੋਇਆ ਗੁਰੂ ਦਾ ਸਿੱਖ ਗੁਰੂ ਦੀ ਸੇਵਾ ਕਰਦਾ ਹੈ। ਗੁਰੂ ਨੂੰ ਜ਼ਰੂਰਤ ਤਾਂ ਨਹੀਂ ਸੇਵਾ ਦੀ, ਪਰ ਸਿੱਖ ਦਾ ਪ੍ਰੇਮ ਜਦੋਂ ਅੰਦਰੋਂ ਡੁੱਲ ਡੁੱਲ ਕੇ ਪੈਂਦਾ ਹੈ ਤੇ ਸਿੱਖ ਮਹਾਰਾਜ ਦੀ ਸੇਵਾ ਦੇ ਵਿੱਚ ਜੁੜ ਜਾਂਦਾ ਹੈ। ਪ੍ਰੇਮ ਨਾਲ ਗੁਰੂ ਦੀ ਸੇਵਾ ਕਰਦਾ ਹੈ। ਸਤਿਗੁਰੂ ਕਹਿੰਦੇ ਗੁਰ ਸੇਵਾ ਬਿਨ ਭਗਤ ਨਾ ਹੋਈ। ਗੁਰੂ ਦੀ ਸੇਵਾ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ, ਕਿਉਂਕਿ ਸੇਵਾ ਹਉਮੈ ਨੂੰ ਨਿਵਰਤ ਕਰਦੀ ਹੈ। ਜਿਉਂ-ਜਿਉਂ ਸੇਵਾ ਕਰੀਏ ਮਨ ਦੀ ਮੈਲ ਉਤਰਦੀ ਹੈ। ਚਾਹੇ ਕੋਈ ਜੋੜਿਆਂ ਦੀ ਸੇਵਾ ਕਰੇ, ਚਾਹੇ ਕੋਈ ਬਰਤਨ ਮਾਂਜੇ, ਝਾੜੂ ਫੇਰੇ, ਗੁਰੂ ਘਰ ਦੇ ਤੱਪੜ ਝਾੜ ਕੇ ਵਿਛਾਵੇ, ਭਾਵੇਂ ਕੋਈ ਬਹਿ ਕੇ ਸਤ ਸੰਗਤ ਕਰੇ, ਕੋਈ ਬਾਣੀ ਪੜ੍ਹ ਲਵੇ। ਇਹ ਸੇਵਾ ਜਿਹੜੀ ਮਨ ਨੂੰ ਨੀਵਾਂ ਕਰਦੀ ਹੈ ਤੇ ਮਤ ਨੂੰ ਉੱਚਾ ਕਰਦੀ ਹੈ। ਜਦੋਂ ਮਨ ਨੀਵਾਂ ਹੁੰਦਾ ਤੇ ਮਤ ਉੱਚੀ ਹੁੰਦੀ ਹੈ, ਸੇਵਾ ਵਿੱਚੋਂ ਭਗਤੀ ਜਨਮ ਲੈਂਦੀ ਹੈ। ਉਹ ਸੇਵਾ ਹੀ ਭਗਤੀ ਬਣ ਜਾਂਦੀ ਹੈ, ਕਿਉਂਕਿ ਉਸ ਸੇਵਾ ਵਿੱਚ ਪ੍ਰੇਮ ਹੁੰਦਾ ਹੈ। ਤੇ ਸੇਵਾ ਕਰਨ ਵਾਲਾ ਗੁਰਸਿੱਖ ਜਦੋਂ ਸੇਵਾ ਕਰਦਾ ਹੈ ਤੇ ਸੇਵਾ ਦੇ ਨਾਲ ਨਾਲ ਉਹਦੀ ਰਸਨਾ ਵਿੱਚੋਂ ਵਾਹਿਗੁਰੂ 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 ਨਿਕਲਦਾ। ਜੇ ਸੇਵਾ ਨੂੰ ਵੀ ਭਗਤੀ ਬਣਾਉਣਾ ਨਾ, ਜਿੱਥੇ ਹੱਥਾਂ ਨਾਲ ਗੁਰੂ ਦੀ ਸੇਵਾ ਕਰੀਏ, ਉਥੇ ਗੱਲਾਂ ਨੂੰ ਸੰਕੋਚ ਕੇ ਤੇ ਨਾਮ ਜਪੀਏ, ਬਾਣੀ ਪੜ੍ਹ ਲਈਏ, ਹੌਲੀ ਹੌਲੀ ਇਹ ਸੇਵਾ ਹੀ ਭਗਤੀ ਬਣ ਜਾਏਗੀ। ਸਾਡੀ ਇਹ ਸੇਵਾ ਹੀ ਭਗਤੀ ਬਣ ਜਾਏਗੀ। ਅਕਸਰ ਵੇਖਿਆ ਜਾਂਦਾ ਵੀ ਸੇਵਾ ਅਸੀਂ ਕਰ ਲੈਂਦੇ ਹਾਂ, ਪਰ ਸਾਡੀ ਆਪਣੀ ਚਰਚਾ ਚੱਲਦੀ ਹੁੰਦੀ ਹੈ। ਸੇਵਾ ਗੁਰੂ ਦੀ, ਗੱਲਾਂ ਸੰਸਾਰ ਦੀਆਂ, ਪ੍ਰਸ਼ਾਦੇ ਸੰਗਤ ਵਾਸਤੇ ਬਣਦੇ ਹੁੰਦੇ ਨੇ, ਗੱਲਾਂ ਅਸੀਂ ਇੱਧਰ ਉੱਧਰ ਦੀਆਂ ਕਰਦੇ ਹਾਂ। ਜੋੜੇ ਅਸੀਂ ਸੰਗਤ ਦੇ ਝਾੜਦੇ ਹਾਂ। ਕਿਉਂ? ਗੁਰੂ ਦੀ ਸੰਗਤ ਜਾਣ ਕੇ ਵੀ ਇਹ ਸੰਗਤ ਜੋ ਗੁਰੂ ਘਰ ਆਈ ਹੈ, ਇਹ ਸੰਗਤ ਜਿਹੜੀ ਹੈ ਨਾ, ਇਹ ਸੰਗਤ ਗੁਰੂ ਨਾਲ ਪ੍ਰੇਮ ਕਰਨ ਵਾਲੀ ਹੈ। ਸੰਗਤ ਨੂੰ ਗੁਰੂ ਦਾ ਰੂਪ ਜਾਣ ਕੇ ਅਸੀਂ ਸੰਗਤ ਦੇ ਜੋੜੇ ਝਾੜਦੇ ਹਾਂ। ਤੇ ਫਿਰ ਉੱਥੇ ਚੇਤੇ ਕੌਣ ਆਉਣਾ ਚਾਹੀਦਾ? ਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੇਵਾ ਕਰ ਰਹੇ ਹਾਂ, ਵਾਹਿਗੁਰੂ ਵਾਹਿਗੁਰੂ ਜਪੀਏ।
ਹੌਲੀ ਹੌਲੀ ਉਹ ਸੇਵਾ ਹੀ ਭਗਤੀ ਬਣ ਜਾਏਗੀ। ਇਸ ਵਾਸਤੇ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ ਕਦੇ ਭਗਤੀ ਨਹੀਂ ਹੋ ਸਕਦੀ। ਅਨੇਕ ਜਤਨ ਕਰੈ ਜੇ ਕੋਈ, ਜੇਕਰ ਕੋਈ ਮਨੁੱਖ ਅਨੇਕਾਂ ਯਤਨ ਕਰੇ ਗੁਰੂ ਦੀ ਸੇਵਾ ਤੋਂ ਬਿਨਾਂ ਕਈ ਪ੍ਰਕਾਰ ਦੇ ਜਿਹੜੇ ਸਾਧਨ ਕਰਮ ਕਾਂਡ ਆਦਿਕ ਨੇ ਉਹ ਕਰ ਲਵੇ, ਸਤਿਗੁਰੂ ਕਹਿੰਦੇ ਅਨੇਕਾਂ ਯਤਨ ਕਰਕੇ ਵੀ ਉਹਨੂੰ ਭਗਤੀ ਦੀ ਪ੍ਰਾਪਤੀ ਨਹੀਂ ਹੁੰਦੀ। ਹਉਮੈ ਮੇਰਾ ਸ਼ਬਦੇ ਖੋਈ, ਇਹ ਪਦਾਰਥ ਮੇਰਾ, ਇਹ ਵਸਤੂ ਮੇਰੀ, ਇਹ ਘਰ ਮੇਰਾ, ਇਹ ਗੱਡੀ ਮੇਰੀ, ਉਹਦੇ ਵਿੱਚ ਮੈਂ ਜੁੜੀ ਹੁੰਦੀ ਹੈ ਵੀ ਮੇਰਾ ਹੈ। ਜੋ ਮੇਰਾ ਹੈ ਤੇ ਉਹਦੇ ਵਿੱਚੋਂ ਰੱਬ ਥੋੜਾ ਦਿਸੇਗਾ। ਉਹ ਗੱਲ ਵੱਖਰੀ ਵੀ ਮੈਂ ਨਵੀਂ ਗੱਡੀ ਲਿਆ ਕੇ ਪਿੱਛੇ ਪੰਕਤੀ ਲਿਖਾ ਦਿੱਤੀ, ਇਹ ਫੇਰ ਦਾਤ ਤੇਰੀ ਦਾਤਾ, ਉਹਦਾ ਕੀ ਲਾਭ ਹੈ? ਇੱਕ ਤਾਂ ਅਸੀਂ ਬਾਣੀ ਦੀ ਬੇਅਦਬੀ ਕਰਦੇ ਹਾਂ, ਨਹੀਂ ਲਿਖਾਣੀ ਚਾਹੀਦੀ। ਘਰ ਦੇ ਮੂਹਰੇ ਵੀ ਲਿਖਾ ਦਿੱਤਾ, ਇਹ ਭੇ ਦਾਤ ਤੇਰੀ ਦਾਤਾ, ਨਹੀਂ ਲਿਖਾਣੀ ਚਾਹੀਦੀ। ਕਦੇ ਪੜ੍ਹੀ ਵੀ ਆ ਉਹ ਪੰਕਤੀ ਜਿਹੜੀ ਲਿਖਾ ਦਿੱਤੀ ਘਰ ਦੇ ਬਾਹਰ? ਇਹ ਬਾਣੀ ਬ੍ਰਹਮ ਹੈ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਹੋ ਸਕਦਾ ਗੱਲ ਥੋੜੀ ਜੀ ਕੌੜੀ ਹੋਵੇ, ਅਸੀਂ ਲੋਕਾਂ ਨੂੰ ਜਿਤਾਉਣ ਵਾਸਤੇ ਗੁਰਬਾਣੀ ਦੀ ਵਰਤੋਂ ਕੀਤੀ ਹੈ। ਗੱਡੀ ਤੇ ਲਿਖਾ ਲਈ, ਘਰ ਦੇ ਬਾਹਰ ਲਿਖਾ ਦਿੱਤੀ ਬਾਣੀ। ਇਹਦੇ ਨਾਲ ਅਸੀਂ ਵਿਆਹਾਂ ਦੇ ਕਾਰਡ ਤੇ ਬਾਣੀ ਲਿਖਾ ਦਿੱਤੀ, ਮੁੜ ਕੇ ਰੁਲਦੇ ਹੁੰਦੇ ਨੇ ਪੈਰਾਂ ਦੇ ਵਿੱਚ ਹੀ। ਲੇਖ ਲਿਖਣ ਵਾਲਿਆਂ ਨੇ ਅਖਬਾਰਾਂ ਦੇ ਵਿੱਚ ਬਾਣੀ ਲਿਖ ਦਿੱਤੀ, ਅਖੇ ਜੀ ਪ੍ਰਚਾਰ ਕਰਦੇ ਆ। ਖਾਲਸਾ ਜੀ ਸਿੱਖੀ ਕਿਸੇ ਦੀ ਮੁਹਤਾਜ ਨਹੀਂ, ਜਿਹਨੇ ਸਿੱਖ ਬਣਨਾ ਨਾ ਉਹਨੇ ਆਪੇ ਹੀ ਆ ਜਾਣਾ। ਵਿਦਵਾਨ ਸੱਜਣ ਉਦਾਹਰਨ ਦਿੰਦੇ ਨੇ ਕਿ ਗੁੜ ਹੋਵੇ ਨਾ ਤੇ ਕੀੜੇ ਆਪੇ ਹੀ ਆ ਜਾਂਦੇ ਨੇ। ਜਿਨ੍ਹਾਂ ਨੂੰ ਸਿੱਖੀ ਮਿੱਠੀ ਲੱਗਦੀ ਹੈ ਨਾ, ਫਿਰ ਉਹ ਪਿਆਰ ਵਾਲੇ। ਮਹਾਰਾਜ ਕਹਿੰਦੇ ਸਮੁੰਦ ਸਾਗਰ ਹੋਵੇ ਕੋ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਏ। ਭਾਵੇਂ ਰਾਹ ਵਿੱਚ ਖਾਰਾ ਸਮੁੰਦਰ ਕਿਉਂ ਨਾ ਪੈਂਦਾ ਹੋਵੇ, ਉਹ ਗੁਰਸਿੱਖ ਖਾਰੇ ਸਮੁੰਦਰ ਨੂੰ ਲੰਘ ਕੇ ਵੀ ਗੁਰੂ ਦੇ ਕੋਲ ਆ ਜਾਂਦਾ। ਜਿਹਨੇ ਸਿੱਖੀ ਕਮਾਉਣੀ ਹੈ ਨਾ, ਸਿੱਖੀ ਲੈਣੀ ਹੈ, ਅਖਬਾਰਾਂ ਦੇ ਲੇਖਾਂ ਦਾ ਉਹ ਜਿਹੜਾ ਸਿੱਖ ਨਾ ਕਦੇ ਮੁਹਤਾਜ ਨਹੀਂ ਹੋਇਆ ਕਰਦਾ। ਜਿਨ੍ਹਾਂ ਸਿੱਖੀ ਕਮਾਉਣੀ ਹੈ ਉਹਨਾਂ ਨੇ ਕਮਾ ਲੈਣੀ ਹੈ। ਲਿਖਣ ਵਾਲੇ ਲਿਖਦੇ ਨੇ, ਮੈਂ ਨਹੀਂ ਕਹਿੰਦਾ ਨਹੀਂ ਲਿਖਣਾ ਚਾਹੀਦਾ, ਜ਼ਰੂਰ ਲਿਖਣਾ ਚਾਹੀਦਾ, ਪਰ ਗੁਰਬਾਣੀ ਨਹੀਂ। ਕਿਉਂਕਿ ਉਹੀ ਅਖਬਾਰਾਂ ਮੁੜ ਕੇ ਰੁਲਦੀਆਂ ਹੁੰਦੀਆਂ ਨੇ, ਲੋਕ ਬਾਣੀ ਦੀ ਬੇਅਦਬੀ ਕਰਦੇ ਨੇ। ਵਿਆਹ ਦੇ ਕਾਰਡ ਤੇ ਜੇ ਪੰਕਤੀ ਨਾ ਲਿਖੋਗੇ ਤੇ ਵਿਆਹ ਨਹੀਂ ਹੋਣ ਲੱਗਾ। ਅਸੀਂ ਫਿਰ ਵੀ ਬਾਣੀ ਦੀਆਂ ਪੰਕਤੀਆਂ ਵਿਆਹਾਂ ਦੇ ਕਾਰਡਾਂ ਤੇ ਲਿਖੀਆਂ ਤੇ ਰੁਲਦੇ ਹੁੰਦੇ ਨੇ। ਇੱਕ ਦਿਨ ਬਹਿ ਕੇ ਵਿਚਾਰ ਕਰਦੇ ਸਾਂ, ਅੱਜ ਅਸੀਂ ਕਿੱਡਾ ਸੰਤਾਪ ਭੋਗਦੇ ਪਏ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ, ਹੁਣ ਵੀ ਹੋ ਰਹੀਆਂ ਨੇ, ਪਰ ਜਿਹੜੀ ਬੇਅਦਬੀ ਅਸੀਂ ਰੋਜ਼ ਕਰਦੇ ਹਾਂ ਨਾ, ਕਦੇ ਅਸੀਂ ਉਹਦੇ ਬਾਰੇ ਸੋਚਿਆ ਵੀ ਅਸੀਂ ਵੀ ਕਰ ਰਹੇ ਹਾਂ? ਜਿਹੜੀ ਬੇਅਦਬੀ ਅਸੀਂ ਕਰ ਰਹੇ ਹਾਂ, ਗੁਰਬਾਣੀ ਦੀਆਂ ਪੋਥੀਆਂ ਜਦੋਂ ਆਉਂਦੀਆਂ ਨੇ ਨਾ ਇੱਥੇ ਜੀ ਬਾਬਾ ਜੀ ਬਿਰਧ ਹੋ ਗਿਆ ਗੁਟਕਾ, ਅੰਗ ਅੰਗ ਖਿਲਾਰੇ ਹੁੰਦੇ ਨੇ, ਅੰਗ ਅੰਗ ਤੱਕ। ਕਿ ਸਾਡਾ ਫਰਜ਼ ਨਹੀਂ ਬਣਦਾ ਵੀ ਜੇ ਕਿਤੇ ਪੋਥੀ ਸਾਹਿਬ ਦਾ ਕੋਈ ਅੰਗ ਬਿਰਧ ਹੋ ਗਿਆ ਤੇ ਉਹਦੀ ਸੇਵਾ ਕਰਾ ਲਈਏ? ਨਹੀਂ, ਉਹ ਫਟੇ ਅੰਗ ਨਾਲ ਹੀ ਪੜੀ ਜਾਣੀ। ਕਿਉਂ? ਇੱਕ ਫਟਦਾ ਨਾਲ ਦੂਜਾ, ਦੂਜੇ ਨਾਲ ਤੀਜਾ, ਤੀਜੇ ਨਾਲ ਚੌਥਾ, ਸਾਰੀ ਪੋਥੀ ਖਿਲਰ ਜਾਂਦੀ ਹੈ। ਪਰ ਉਹਨੂੰ ਠੀਕ ਨਹੀਂ ਕਰਾਉਣਾ, ਲਿਆ ਕੇ ਫਿਰ ਰੱਖ ਦੇਣਾ ਜੀ ਬਿਰਧ ਹੋ ਗਈ, ਸੰਸਕਾਰ ਕਰਨ ਭੇਜ ਦਿਓ। ਪੁਰਾਣੇ ਤੋਂ ਪੁਰਾਣੇ ਗ੍ਰੰਥ ਇਸ ਚੱਕਰ ਵਿੱਚ ਲੋਕਾਂ ਨੇ ਅਗਨ ਭੇਟ ਕਰ ਦਿੱਤੇ ਸਿੱਖ ਪੰਥ ਦੇ। ਪੁਰਾਣੇ ਤੋਂ ਪੁਰਾਣੇ ਗ੍ਰੰਥ, ਕਈ ਤਾਂ ਇੱਦਾਂ ਦੇ ਵੀ ਪੈਦਾ ਹੋਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਤਨ ਲਿਖੇ ਹੋਏ ਸਰੂਪ ਅਗਨ ਭੇਟ ਕਰਾ ਦਿੱਤੇ। ਸਿੱਖ ਧਰਮ ਦਾ ਕੀਮਤੀ ਖਜ਼ਾਨਾ ਜਿਹੜਾ ਸੀ ਵੀ ਇਹ ਬਿਰਧ ਹੋ ਗਏ ਜੀ, ਬਿਰਧ ਹੋ ਗਏ, ਇਹਦੇ ਨਾਂ ਤੇ
ਪਤਾ ਨਹੀਂ ਕਿੰਨਾ ਕੁ ਭਾਰੀ ਸਿੱਖ ਹਿਸਟਰੀ ਦਾ ਖਜ਼ਾਨਾ ਜਿਹੜਾ ਸੀ ਉਹ ਅਗਨ ਭੇਟ ਕਰ ਦਿੱਤਾ ਗਿਆ। ਇਸੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਹੁਣ ਪਾਬੰਦੀ ਲਾਈ ਵੀ ਕੋਈ ਵੀ ਅੰਗੀਠਾ ਜਿਹੜਾ ਹੈ ਆਪਣੀ ਮਰਜ਼ੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਥਾ ਗੁਰੂ ਕੇ ਇਤਿਹਾਸ ਦੀਆਂ ਪੋਥੀਆਂ ਦਾ ਸੰਸਕਾਰ ਨਹੀਂ ਕਰ ਸਕਦਾ। ਜਿੰਨੇ ਵੀ ਅੰਗੀਠੇ ਬਣੇ ਨੇ ਸਾਰਿਆਂ ਤੇ ਪਾਬੰਦੀ ਲੱਗੀ ਹੋਈ ਹੈ। ਅਸੀਂ ਸੰਤਾਪ ਭੋਗ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਪਰ ਜਿਹੜੀ ਬੇਅਦਬੀ ਅਸੀਂ ਰੋਜ਼ ਕਰਦੇ ਹਾਂ ਇਹਦਾ ਕੌਣ ਜ਼ਿੰਮੇਵਾਰ ਹੈ? ਇਹਦਾ ਕੌਣ ਜ਼ਿੰਮੇਵਾਰ ਹੈ? ਜਿਹੜੀ ਬਾਣੀ ਅਸੀਂ ਰੋਜ਼ ਗਲਤ ਪੜ੍ਹਦੇ ਹਾਂ ਇਹਦਾ ਕੌਣ ਜ਼ਿੰਮੇਵਾਰ ਹੈ? ਜਿਹੜੀ ਅਸੀਂ ਬਾਣੀ ਦੀ ਬੇਅਦਬੀ ਕਰ ਰਹੇ ਹਾਂ। ਜੇ ਗਲਤ ਪੜ੍ਹਦੇ ਹਾਂ ਤਾਂ ਸਿੱਖ ਲਈਏ, ਅਸੀਂ ਹੋਰ ਬਹੁਤ ਕੁਝ ਸਿੱਖਦੇ ਹਾਂ ਤੇ ਕੀ ਬਾਣੀ ਨਹੀਂ ਸਿੱਖ ਸਕਦੇ? ਅਸੀਂ ਪੜ੍ਹਨ ਕਿ ਅਸੀਂ ਬਾਣੀ ਗਲਤ ਪੜ੍ਹ ਰਹੇ ਹਾਂ, ਅਸੀਂ ਬਾਣੀ ਨੂੰ ਸ਼ੁੱਧ ਕਰਕੇ ਪੜ੍ਹ ਲਈਏ। ਬਾਣੀ ਵੇਲੇ ਤਾਂ ਅਸੀਂ ਇਹੀ ਕਹਿਣਾ ਨਹੀਂ ਕੋਈ ਗੱਲ ਨਹੀਂ, ਗੁਰੂ ਜਾਣਦਾ, ਗੁਰੂ ਤਾਂ ਜਾਣਦਾ। ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਬੈਠਾ ਇੱਕ ਸਿੱਖ ਬਾਣੀ ਪੜ੍ਹਦਾ ਸੀ ਤੇ ਪੰਕਤੀ ਆਈ ਜੀ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਉਸ ਸਿੰਘ ਨੇ ਪੜ੍ਹ ਦਿੱਤਾ ਜੀ, ਕੇ ਜਾਣੈ ਗੁਰਸੂਰਾ। ਦਲਾਵਾਂ ਸੀ ਤੇ ਨਾਂ ਲਾ ਦਿੱਤੀ। ਹੁਣ ਵੇਖੋ ਇੱਕ ਮਾਤਰਾ ਦੇ ਨਾਲ ਪੰਕਤੀ ਦੇ ਅਰਥ ਦੇ ਅਨਰਥ ਹੋ ਗਏ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਵੀ ਕਰਤੇ ਦੀ ਮਿਤ ਮਰਿਆਦਾ ਜਾਂ ਤਾਂ ਕਰਤਾ ਵਾਹਿਗੁਰੂ ਆਪ ਜਾਣਦਾ, ਕਹਿ ਦਾ ਭਾਵ ਹੈ ਜੀ ਜਾਂ, ਤੇ ਜਾਂ ਗੁਰਸੂਰਾ ਗੁਰੂ ਰੂਪੀ ਸੂਰਮਾ ਜਾਣਦਾ। ਜਦੋਂ ਲਾਂ ਲੱਗ ਗਈ ਨਾ ਤੇ ਕੇ ਦਾ ਮਤਲਬ ਫਿਰ ਕੀ ਬਣ ਗਿਆ? ਵੀ ਕਰਤੇ ਦੀ ਮਿਤ ਕਰਤਾ ਤਾਂ ਜਾਣਦਾ, ਕੇ ਜਾਣੈ ਗੁਰਸੂਰਾ। ਗੁਰੂ ਸੂਰਮਾ ਕੀ ਜਾਣੇ ਵੀ ਉਹਨੂੰ ਕੀ ਪਤਾ ਹੈ? ਅਸੀਂ ਲਾਵਾਂ ਨੂੰ ਦਲਾਵਾਂ ਨੂੰ ਵੇਖ ਕੇ ਨਹੀਂ ਪੜ੍ਹਦੇ ਬਾਣੀ ਵਿੱਚ। ਅਕਸਰ ਦਲਾਵਾਂ ਨੂੰ ਲਾਂ ਦੇ ਵਿੱਚ ਹੀ ਪੜ੍ਹਿਆ ਜਾਂਦਾ, ਅਰਥਾਂ ਦੇ ਅਨਰਥ ਹੋਈ ਜਾਂਦੇ, ਅਨਰਥ ਹੋਈ ਜਾਂਦੇ। ਅਸੀਂ ਬਾਣੀ ਸਿੱਖ ਵੀ ਸਕਦੇ ਹਾਂ। ਅੱਜ ਸਾਡੇ ਕੋਲ ਹਜ਼ਾਰਾਂ ਸਾਧਨ ਮੌਜੂਦ ਨੇ। ਬਾਣੀ ਸ਼ੁੱਧ ਕਰਕੇ ਪੜ੍ਹਨੀ ਚਾਹੀਦੀ। ਜਦੋਂ ਸਿੰਘ ਨੇ ਉਹ ਪੰਕਤੀ ਪੜ੍ਹੀ ਤੇ ਮਹਾਰਾਜ ਨੇ ਇੱਕ ਸਿੰਘ ਨੂੰ ਆਖਿਆ ਵੀ ਚਪੇੜ ਮਾਰੋ ਜਾ ਕੇ। ਜਦੋਂ ਸਿੱਖ ਦੇ ਚਪੇੜ ਪਈ ਤੇ ਉੱਠ ਕੇ ਆ ਗਿਆ, ਕਹਿੰਦਾ ਪਾਤਸ਼ਾਹ ਮੈਂ ਤੇ ਸੁਣਿਆ ਸੀ ਵੀ ਤੁਹਾਡੀ ਬਾਣੀ ਪੜ੍ਹਨ ਦੇ ਨਾਲ ਜੰਮਾਂ ਦੀਆਂ ਚਪੇੜਾਂ ਨਹੀਂ ਖਾਣੀਆਂ ਪੈਂਦੀਆਂ, ਇਹ ਤਾਂ ਇੱਥੇ ਹੀ ਪੈ ਗਈਆਂ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਸਿੰਘਾ ਤੈਨੂੰ ਪਤਾ ਵੀ ਚਪੇੜ ਕਿਉਂ ਪਈ ਹੈ? ਤੂੰ ਬਾਣੀ ਗਲਤ ਪੜ੍ਹਦਾ ਸੀ। ਤੂੰ ਕਹਿ ਦੀ ਜਗ੍ਹਾ ਤੇ ਕੇ ਪੜ੍ਹਦਾ ਸੀ, ਚਪੇੜ ਉਸੇ ਦੀ ਪਈ ਹੈ। ਇਹ ਬਾਣੀ ਦਾ ਨਿਰਾਦਰ ਹੈ। ਸ਼ੁੱਧ ਕਰਕੇ ਪੜ੍ਹ ਬਾਣੀ। ਨਹੀਂ ਆਉਂਦੀ ਤੇ ਸਿੱਖ ਲੈ। ਬਾਣੀ ਸਿੱਖੀ ਜਾ ਸਕਦੀ ਹੈ। ਅਸੀਂ ਪੜ੍ਹੇ ਲਿਖੇ ਹਾਂ ਤੇ ਗੁਰਬਾਣੀ ਪੜ੍ਹਾਉਣ ਤੋਂ ਪਹਿਲਾਂ ਮੁਹਾਰਨੀ ਪੜ੍ਹਾਈ ਜਾਂਦੀ। ਉਹ ਮੁਹਾਰਨੀ ਪੜ੍ਹ ਲਓ, ਅੱਧੀ ਬਾਣੀ ਤਾਂ ਸਾਨੂੰ ਉਂਝ ਸਮਝ ਪੈ ਜਾਏਗੀ ਵੀ ਅਸੀਂ ਕਿਹੜਾ ਅੱਖਰ ਕਿਵੇਂ ਬੋਲਣਾ ਹੈ। ਜਦੋਂ ਮੁਹਾਰਨੀ ਪੜ੍ਹ ਲਈਏ ਨਾ ਜਿਹੜੀ ਪੜ੍ਹਾਈ ਜਾਂਦੀ ਹੈ, ਉਹ ਮੁਹਾਰਨੀ ਪੜ੍ਹਨ ਦੇ ਨਾਲ ਸਾਨੂੰ ਲਾਵਾਂ ਦਲਾਵਾਂ ਦਾ ਔਂਕੜ ਦਲੈਂਕੜ ਦਾ ਪਤਾ ਲੱਗ ਜਾਂਦਾ ਵੀ ਕਿਹੜੇ ਅੱਖਰ ਦਾ ਉਚਾਰਨ ਕਿਵੇਂ ਕਰਨਾ ਹੈ। ਤੇ ਇਹਦੇ ਨਾਲ ਹੀ ਫਿਰ ਸੋਝੀ ਪੈ ਜਾਂਦੀ ਵੀ ਕਿਹੜੇ ਅੱਖਰ ਕਿਵੇਂ ਪੜ੍ਹਨੇ ਨੇ। ਜਿੱਥੇ ਅਸੀਂ ਦਲਾਵਾਂ ਲਾਣੀਆਂ ਉੱਥੇ ਅਸੀਂ ਲਾਂ ਲਾਈ ਜਾਂਦੇ ਹਾਂ। ਜਿੱਥੇ ਔਂਕੜ ਲੱਗਿਆ ਅਸੀਂ ਔਂਕੜ ਛੱਡ ਕੇ ਬਿਨਾਂ ਔਂਕੜ ਤੋਂ ਸ਼ਬਦ ਪੜ੍ਹਦੇ ਹਾਂ ਬਾਣੀ ਦੇ। ਤੇ ਖਾਲਸਾ ਜੀ ਫਿਰ ਅਸੀਂ ਦੋਸ਼ੀ ਨਹੀਂ ਮਹਾਰਾਜ ਦੇ। ਇਹ ਬੇਨਤੀ ਤਾਂ ਕੀਤੀ ਹੈ ਵੀ ਜਿਹੜੀ ਬਾਣੀ ਦੀ ਬੇਅਦਬੀ ਅਸੀਂ ਕਰਦੇ ਹਾਂ ਇਹਦਾ ਦੇਣਦਾਰ ਕੌਣ ਹੋਵੇਗਾ? ਇਨਸਾਫ ਤਾਂ ਅਸੀਂ ਸਰਕਾਰ ਕੋਲੋਂ ਮੰਗਦੇ ਹਾਂ ਵੀ ਮਹਾਰਾਜ ਦੀ ਬੇਅਦਬੀ ਕੀਤੀ ਗਈ, ਤੁਸੀਂ ਦੋਸ਼ੀ ਨਹੀਂ ਲੱਭੇ ਅਜੇ ਤਾਈਂ। ਉਹ ਤਾਂ ਠੀਕ ਹੈ, ਸਰਕਾਰ ਨੇ ਦੋਸ਼ੀ ਨਹੀਂ ਲੱਭੇ ਤੇ ਨਾ ਇਹਨਾਂ ਨੇ ਲੱਭਣੇ ਨੇ। ਜਿਹੜੇ ਕੰਮ ਇਹਨਾਂ ਨੇ ਆਪ ਕਰਾਏ ਹੋਣ ਉੱਥੇ ਦੋਸ਼ੀ ਨਹੀਂ ਲੱਭਿਆ ਕਰਦੇ ਕਦੇ। ਇਹ ਖਾਲਸਾ ਜੀ ਜਿਹੜੀ ਬੇਅਦਬੀ ਅਸੀਂ ਰੋਜ਼ ਕਰਦੇ ਹਾਂ ਇੱਥੇ ਫਿਰ ਦੋਸ਼ੀ ਕੌਣ ਲੱਭੇਗਾ? ਇਸ ਕਰਕੇ ਦਾਸ ਜਿਹੜੀ ਬੇਨਤੀ ਕਰ ਰਿਹਾ ਸੀ ਕਿ ਬਾਣੀ ਦਾ ਵੱਧ ਤੋਂ ਵੱਧ ਅਦਬ ਕਰੋ, ਸਤਿਕਾਰ ਕਰੋ ਗੁਰੂ ਕੀ ਬਾਣੀ ਦਾ। ਖੈਰ ਬੇਨਤੀ ਇਹ ਸੀ, ਮੈਂ ਘਰ ਲਿਆ, ਮੈਂ ਗੱਡੀ ਲਈ
ਮੈਂ ਲਿਖਾ ਦਿੱਤਾ ਵੀ ਇਹ ਭੇ ਦਾਤ ਤੇਰੀ ਦਾਤਾ, ਇਹ ਤੇਰੀ ਦਾਤ ਹੈ। ਪਰ ਸਾਰੀ ਜ਼ਿੰਦਗੀ ਇਹੀ ਕਹਿੰਦਾ ਰਿਹਾ ਵੀ ਮੇਰੀ ਗੱਡੀ ਹੈ। ਫਿਰ ਉਹਦੀ ਦਾਤ ਕਿਵੇਂ ਹੋ ਗਈ ਵੀ ਗੱਡੀ ਤਾਂ ਮੇਰੀ ਹੈ। ਕਿਸੇ ਨੇ ਪੁੱਛਿਆ ਜੀ ਘਰ ਕਿਹਦਾ, ਕਹਿੰਦਾ ਜੀ ਮੇਰਾ, ਵੀ ਇਹ ਮੇਰਾ ਘਰ ਹੈ। ਤੇ ਫਿਰ ਉੱਥੇ ਪੰਕਤੀ ਲਿਖਣ ਦਾ ਕੀ ਫਾਇਦਾ ਹੋਇਆ ਵੀ ਇਹ ਭੇ ਦਾਤ ਤੇਰੀ ਦਾਤਾਰ, ਵੀ ਤੇਰੀ ਦਾਤ ਹੈ। ਦਾਤ ਵਾਹਿਗੁਰੂ ਜੀ ਕਹਿੰਦਾ ਮੇਰੀ ਹੈ। ਹੁਣ ਉੱਥੋਂ ਮੈਂ ਨਹੀਂ ਕੱਢ ਸਕਿਆ, ਆਪਣੀ ਹਉਮੈ ਨਹੀਂ ਛੱਡ ਸਕਿਆ। ਤੇ ਜੇ ਹਉਮੈ ਨਹੀਂ ਛੱਡ ਸਕਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਕਰਤਾ ਚੇਤੇ ਨਹੀਂ ਆਏਗਾ, ਭਾਵੇਂ ਪੰਕਤੀਆਂ 4 ਹੋਰ ਲਿਖ ਲੈ। ਜਦੋਂ ਮੈਂ ਹੈ ਨਾ ਵੀ ਇਹ ਮੇਰੀ ਹੈ, ਫਿਰ ਨਹੀਂ ਉਹ ਦਾਤਾ ਚੇਤੇ ਆਉਣਾ। ਦਾਤਾ ਤਾਂ ਉਦੋਂ ਹੀ ਚੇਤੇ ਆਵੇਗਾ ਜਦੋਂ ਹਉਮੈ ਨੂੰ ਛੱਡ ਦੇਵੇਗਾ। ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅੰਦਰ ਦੀ ਜਿਹੜੀ ਹਉਮੈ ਹੈ ਨਾ, ਹਉਮੈ ਮੇਰਾ ਸਬਦੇ ਕੋਈ, ਹਉਮੈ ਇਹ ਮੇਰਾ ਹੈ, ਇਹ ਵੀ ਮੇਰਾ ਹੈ। ਇਹ ਹਉਮੈ ਗੁਰੂ ਦੇ ਸ਼ਬਦ ਦੇ ਨਾਲ ਅੰਦਰੋਂ ਨਾਸ਼ ਹੋ ਜਾਂਦੀ ਹੈ। ਨਿਰਮਲ ਨਾਮ ਵਸੈ ਮਨ ਸੋਈ। ਜਦੋਂ ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ ਹੈ, ਬੁੱਧੀ ਨਿਰਮਲ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ। ਮੈਲ ਹਉਮੈ ਦੀ, ਮੇਰ ਤੇਰ ਦੀ, ਹੰਕਾਰ ਦੀ ਹੈ। ਤੇ ਜਦੋਂ ਫਿਰ ਅੰਦਰੋਂ ਗੁਰੂ ਦੇ ਸ਼ਬਦ ਦੁਆਰਾ ਹਉਮੈ ਦੀ ਨਿਵਰਤੀ ਹੋ ਜਾਂਦੀ ਹੈ, ਬੁੱਧੀ ਨਿਰਮਲ ਹੋਣੇ ਕਰਕੇ ਸਤਿਗੁਰੂ ਕਹਿੰਦੇ ਉਸ ਬੁੱਧੀ ਵਿੱਚ ਪਰਮੇਸ਼ਰ ਦਾ ਨਾਮ ਆ ਵਸਦਾ ਹੈ। ਇਸ ਜਗ ਮਹਿ ਸ਼ਬਦ ਕਰਨੀ ਹੈ ਸਾਰ। ਇਸ ਜਗਤ ਅੰਦਰ ਗੁਰੂ ਦਾ ਜਿਹੜਾ ਸ਼ਬਦ ਹੈ, ਉਸ ਸ਼ਬਦ ਦੀ ਕਰਨੀ ਕਮਾਈ ਕਰਨੀ, ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਸਭ ਤੋਂ ਜ਼ਿਆਦਾ ਸ੍ਰੇਸ਼ਟ ਹੈ। ਬਾਕੀ ਸਾਰੇ ਕਰਮ ਕਾਂਡ ਵਿਅਰਥ ਦੇ ਨੇ, ਕਿਸੇ ਲੇਖੇ ਨਹੀਂ ਪੈਂਦੇ। ਕੇਵਲ ਤਾਂ ਕੇਵਲ ਗੁਰੂ ਦਾ ਉਪਦੇਸ਼ ਕਮਾਉਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਹੇ ਤਾ। ਜੋ ਸਤਿਗੁਰਾਂ ਨੇ ਸਾਨੂੰ ਕਿਹਾ ਉਹਦੀ ਕਮਾਈ ਜੀ ਕਰਨ ਲੱਗ ਪਈਏ ਤੇ ਫਿਰ ਇਹੀ ਸਭ ਤੋਂ ਸ੍ਰੇਸ਼ਟ ਕਰਨੀ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਮਾਇਆ ਹੈ। ਬਿਨ ਸ਼ਬਦ ਹੈ ਹੋਰ ਮੋਹ ਗੁਬਾਰ। ਕਿਉਂਕਿ ਗੁਰੂ ਦੇ ਉਪਦੇਸ਼ ਤੋਂ ਬਿਨਾਂ ਸਤਿਗੁਰੂ ਕਹਿੰਦੇ ਅੰਦਰ ਮੋਹ ਦਾ ਗੁਬਾਰ ਕੁੱਪ ਹਨੇਰਾ ਬਣਿਆ ਰਹਿੰਦਾ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਅੰਦਰ ਚਾਨਣਾ ਹੁੰਦਾ ਹੀ ਨਹੀਂ। ਚਲੋ ਮੈਂ ਗੁਰੂ ਕੋਲ ਆ ਗਿਆ, ਬਹਿ ਗਿਆ, ਮੈਂ ਆਖਿਆ ਜੀ ਵੀ ਇਹ ਮੇਰਾ ਗੁਰੂ ਹੈ, ਪਰ ਮੇਰਾ ਹਨੇਰਾ ਤਾਂ ਦੂਰ ਨਹੀਂ ਨਾ ਹੋਇਆ। ਮੇਰੇ ਅੰਦਰ ਦਾ ਹਨੇਰਾ ਉਸੇ ਤਰ੍ਹਾਂ ਹੀ ਬਣਿਆ ਹੋਇਆ, ਮੇਰੀ ਅਗਿਆਨਤਾ ਉਸੇ ਤਰ੍ਹਾਂ ਹੀ ਬਣੀ ਹੋਈ ਹੈ। ਫਿਰ ਮਹਾਰਾਜ ਨੂੰ ਕਹਿਣਾ ਪਿਆ ਵੀ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜੇ ਹਜ਼ਾਰਾਂ ਚੰਦਰਮੇ ਚੜ੍ਹ ਜਾਣ, ਹਜ਼ਾਰਾਂ ਸੂਰਜ ਚੜ੍ਹ ਜਾਣ, ਇੰਨਾ ਚਾਨਣ ਹੋ ਜਾਏ, ਫਿਰ ਵੀ ਗੁਰੂ ਤੋਂ ਬਿਨਾਂ ਹਨੇਰਾ ਹੀ ਹੈ। ਮੈਂ ਆਖਾਂ ਜੀ ਮੈਂ ਗੁਰੂ ਦੇ ਕੋਲ ਬੈਠਾ ਤਾਂ ਜ਼ਰੂਰ ਆ, ਪਰ ਮੰਨੀ ਇੱਕ ਵੀ ਕੋਈ ਨਹੀਂ। ਉਪਦੇਸ਼ ਨਹੀਂ ਕਮਾ ਸਕਿਆ ਗੁਰੂ ਦਾ। ਗੁਰੂ ਦੇ ਕੋਲ ਬੈਠਣ ਦਾ ਲਾਭ ਇਹਨੂੰ ਸਮੀਪ ਮੁਕਤੀ ਕਹਿੰਦੇ ਨੇ, ਪਰ ਭਲਾ ਸਿੱਖ ਦਾ ਉਦੋਂ ਹੀ ਹੋਣਾ ਹੈ ਜਦੋਂ ਗੁਰੂ ਕੇ ਸਿੱਖ ਨੇ ਸੁਨ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਨਾਨਕ ਫਲ ਪਾਵਹੁ। ਜਦੋਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾ ਲਵਾਂਗੇ, ਜਦੋਂ ਉਸ ਦੀ ਕਮਾਈ ਕਰਾਂਗੇ, ਉਦੋਂ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ। ਗੁਰੂ ਦੇ ਸ਼ਬਦ ਤੋਂ ਬਿਨਾਂ ਸਿੱਖ ਦੇ ਹਿਰਦੇ ਵਿੱਚ ਹੋਰ ਮੋਹ ਦਾ ਗੁਬਾਰ ਹਨੇਰਾ ਬਣਿਆ ਰਹਿੰਦਾ ਹੈ। ਸ਼ਬਦੇ ਨਾਮ ਰਖੈ ਉਰ ਧਾਰ। ਜਿਹੜਾ ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਕਮਾਈ ਕਰਦਾ ਹੈ, ਉਹ ਗੁਰਮੁਖ ਪਿਆਰਾ ਅਠੇ ਪੈਰ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਧਾਰ ਕੇ ਰੱਖਦਾ ਹੈ। ਸ਼ਬਦੇ ਗਤ ਮਤ ਮੋਖ ਦੁਆਰ। ਗੁਰੂ ਦੇ ਸ਼ਬਦ ਦੇ ਨਾਲ ਹੀ ਸਿੱਖ ਦੀ ਗਤ ਕਲਿਆਣਤਾ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਇਹਦੀ ਮਤ ਜਿਹੜੀ ਹੈ ਨਾ, ਗੁਰੂ ਦੇ ਗਿਆਨ ਨਾਲ, ਬ੍ਰਹਮ ਗਿਆਨ ਨਾਲ ਭਰ ਜਾਂਦੀ ਹੈ। ਪਹਿਲਾਂ ਨਿਰਮਲ ਹੁੰਦੀ ਮਤ ਗੁਰੂ ਦੇ ਉਪਦੇਸ਼ ਨਾਲ, ਫਿਰ ਉਸੇ ਹੀ ਗਿਆਨ ਦੇ, ਉਸੇ ਹੀ ਨਿਰਮਲਤਾਈ ਦੇ ਸਦਕਾ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ
ਤੇ ਜਦੋਂ ਗਿਆਨ ਦਾ ਪ੍ਰਕਾਸ਼ ਹੋਵੇ ਤੇ ਪਾਤਸ਼ਾਹ ਕਹਿੰਦੇ ਮੋਖ ਦੁਆਰ, ਉਦੋਂ ਇਹਨੂੰ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ। ਮੁਕਤੀ ਦਾ ਦਰਵਾਜ਼ਾ ਕੀ ਹੈ ਜੀ? ਗਿਆਨ। ਗਿਆਨ ਮੁਕਤੀ ਦਾ ਦਰਵਾਜ਼ਾ, ਕਿਉਂਕਿ ਜਦੋਂ ਗਿਆਨ ਹੁੰਦਾ ਹੈ ਨਾ, ਫਿਰ ਕਹਿੰਦਾ ਜੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਜਗਤ ਵਿੱਚ ਸਾਰੀ ਪ੍ਰੀਤ ਮੈਂ ਝੂਠੀ ਕਰਕੇ ਵੇਖੀ ਹੈ, ਵੀ ਸਭ ਪ੍ਰੀਤਾਂ ਝੂਠੀਆਂ ਨੇ ਸੰਸਾਰ ਦੀਆਂ, ਇੱਕੋ ਹੀ ਪ੍ਰੀਤ ਸੱਚੀ ਹੈ ਗੁਰੂ ਦੀ। ਫਿਰ ਗੁਰੂ ਨਾਲ ਅੱਠੇ ਪੈਰ ਜੁੜਿਆ ਰਹਿੰਦਾ। ਗਿਆਨ ਹੁੰਦਾ ਸਤ ਅਸਤ ਦੀ ਵਿਚਾਰ ਕਰਦਾ, ਵਿਵੇਕ ਦੀ ਵਿਚਾਰ ਕਰਦਾ, ਕੀ ਗ੍ਰਹਿਣ ਕਰਨਾ ਕੀ ਤਿਆਗਣਾ ਹੈ, ਕਿਹੜਾ ਰਸਤਾ ਧਾਰਨ ਕਰਨਾ, ਕਿਹੜੇ ਰਸਤੇ ਦਾ ਤਿਆਗ ਕਰਨਾ, ਗੁਣਾਂ ਨੂੰ ਗ੍ਰਹਿਣ ਕਰਨਾ, ਔਗੁਣਾਂ ਦਾ ਤਿਆਗ ਕਰਨਾ। ਗਿਆਨ ਹੋਣ ਦੇ ਨਾਲ ਕੋਈ ਸੋਝੀ ਪੈ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਹੀ ਅਸਲ ਵਿੱਚ ਮੁਕਤੀ ਦਾ ਦਵਾਰ ਹੈ, ਜਿਹੜਾ ਗੁਰੂ ਦੇ ਉਪਦੇਸ਼ ਵਿੱਚੋਂ ਸਿੱਖ ਨੂੰ ਪ੍ਰਾਪਤ ਹੁੰਦਾ ਹੈ। ਅਵਰ ਨਹੀਂ ਕਰ ਦੇਖਣ ਹਾਰੋ, ਕੋਈ ਹੋਰ ਦੂਸਰਾ ਨਹੀਂ ਜਿਹਨੇ ਸ੍ਰਿਸ਼ਟੀ ਬਣਾਈ ਹੈ, ਤੇ ਜਿਹੜਾ ਸ੍ਰਿਸ਼ਟੀ ਨੂੰ ਬਣਾ ਕੇ ਆਪ ਸ੍ਰਿਸ਼ਟੀ ਦੇ ਕਰਮ ਦੇਖਦਾ ਹੈ। ਭਾਵ ਕਿ ਇੱਕ ਵਾਹਿਗੁਰੂ ਸ੍ਰਿਸ਼ਟੀ ਬਣਾਉਂਦਾ ਤੇ ਆਪ ਹੀ ਸਾਰੇ ਜੀਵਾਂ ਦੇ ਕਰਮ ਪਰਮੇਸ਼ਰ ਵੇਖਦਾ ਹੈ। ਸਾਚਾ ਆਪ ਅਨੂਪ ਅਪਾਰੋ, ਵਾਹਿਗੁਰੂ ਆਪ ਸੱਚਾ ਹੈ। ਸੱਚਾ ਕਹਿਣ ਦੇ ਨਾਲ ਮਨ ਦੇ ਅੰਦਰ ਜਿਹੜਾ ਗਿਆਨ ਪੈਦਾ ਹੁੰਦਾ ਹੈ, ਉਹ ਗਿਆਨ ਇਹ ਹੈ ਵੀ ਉਹ ਨਾਸ਼ ਨਹੀਂ ਹੁੰਦਾ। ਜਿਹੜੀ ਚੀਜ਼ ਨਾਸ਼ ਨਾ ਹੋਵੇ ਉਹਨੂੰ ਸੱਚਾ ਆਖੀਦਾ ਵੀ ਇਹ ਸੱਚੀ ਹੈ। ਤ੍ਰਈ ਕਾਲ ਆਬਾਦ, ਤਿੰਨਾਂ ਕਾਲਾਂ ਵਿੱਚ ਇਹ ਨਾਸ਼ ਨਹੀਂ ਹੁੰਦੀ। ਵਾਹਿਗੁਰੂ ਜੀ ਆਪ ਸੱਚੇ ਨੇ। ਅਨੂਪ, ਅਨੂਪ ਨਾਮ ਹੁੰਦਾ ਸੁੰਦਰ ਦਾ ਪਹਿਲਾ ਅਰਥ। ਅਨੂਪ ਅਨੂਪ, ਜਿਹਦੀ ਮਹਿਮਾ ਨਾ ਕੀਤੀ ਜਾਏ ਉਸ ਨੂੰ ਵੀ ਅਨੂਪ ਕਹਿੰਦੇ ਨੇ। ਅਪਾਰੋ ਤੇ ਜੋ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਹੈ। RAM ਨਾਮ ਊਤਮ ਗਤ ਹੋਈ, ਉਹਨਾਂ ਦੇ ਚਰਨਾਂ ਦੇ ਵਿੱਚੋਂ ਜਿਨ੍ਹਾਂ ਨੂੰ RAM ਦੇ ਨਾਮ ਦੀ ਪ੍ਰਾਪਤੀ ਹੋ ਜਾਏ, ਮਹਾਰਾਜ ਕਹਿੰਦੇ ਉਹਨਾਂ ਦੀ ਸ੍ਰੇਸ਼ਟ ਕਲਿਆਣਤਾ ਹੋ ਜਾਂਦੀ ਹੈ। ਨਾਨਕ ਖੋਜ ਲਹੈ ਜਨ ਕੋਈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਬਿਰਲਾ ਜਨ, ਕੋਈ ਬਿਰਲਾ ਹੀ ਖੋਜੀ ਗੁਰਮੁਖ ਗੁਰੂ ਦੇ ਉਪਦੇਸ਼ ਦੁਆਰਾ ਆਪਣੇ ਹਿਰਦੇ ਨੂੰ ਖੋਜ ਕੇ ਨਾਮ ਦੀ ਵਸਤੂ ਪ੍ਰਾਪਤ ਕਰ ਲੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਇਹ ਨਾਮ ਹਿਰਦੇ ਰੂਪੀ ਘਰ ਦੇ ਵਿੱਚ ਹੀ ਭਰਪੂਰ ਹੈ, ਤੇ ਗੁਰਮੁਖ ਖੋਜੀ ਬਣ ਕੇ ਇਸ ਨਾਮ ਦੀ ਖੋਜ ਕਰ ਲੈਂਦੇ ਨੇ। ਵਾਹਿਗੁਰੂ 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 ਜਪਦਿਆਂ ਹਿਰਦੇ ਦੇ ਘਰ ਦੇ ਵਿੱਚੋਂ ਨਾਮ ਦੀ ਵਸਤੂ ਪ੍ਰਾਪਤ ਕਰ ਲੈਂਦੇ ਨੇ। ਇਹਦਾ ਦੂਜਾ ਅਰਥ ਗੁਰਮੁਖਾਂ ਨੇ ਕੀਤਾ, ਨਾਨਕ ਖੋਜ ਲਹੈ ਜਨ ਕੋਈ, ਕੋਈ ਬਿਰਲਾ ਜਨ ਸਤ ਸੰਗਤ ਦੇ ਘਰ ਦੇ ਵਿੱਚ ਆ ਕੇ ਗੁਰੂ ਦੀ ਬਾਣੀ ਦੁਆਰਾ, ਕਥਾ ਕੀਰਤਨ ਦੁਆਰਾ ਆਪਣੇ ਹਿਰਦੇ ਦੇ ਘਰ ਨੂੰ ਖੋਜ ਕੇ ਨਾਮ ਦੀ ਵਸਤੂ, ਨਾਮ ਦਾ ਰਸ ਬ੍ਰਹਮਾਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆਵਸੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ ਆਓ। ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਦੀ ਪ੍ਰਾਪਤੀ ਕਰੀਏ। ਹਾਂਜੀ। RAM ਨਾਮ ਊਤਮ ਗਤ ਹੋਈ, ਨਾਨਕ ਖੋਜ ਲਹੈ ਜਨ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।